ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਬਾਬਾ ਜੀ ਦੇ ਕਮਰੇ ਦਾ ਤੁਹਾਨੂੰ ਦਰਸ਼ਨ ਕਰਾ ਰਹੀ ਹਾਂ ਕਿ ਬਾਬਾ ਜੀ ਦਾ ਸਾਡਾ ਕਮਰਾ ਕਿਹੋ ਜਿਹਾ ਲੱਗਦਾ ਹੈ। ਇਹ ਬਾਬਾ ਜੀ ਦਾ ਕਮਰਾ ਹੈ। ਬਾਬਾ ਜੀ ਦਾ ਨਵਾਂ ਰੁਮਾਲਾ ਸਾਹਿਬ ਅਸੀਂ ਖਰੀਦਿਆ ਹੈ ਜੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਬਾਬਾ ਜੀ ਦੀ ਅਲਮਾਰੀ ਹਜੇ ਬਣਨ ਵਾਲੀ ਹੈ, ਪਰ ਇੱਥੇ ਜਦੋਂ ਮੈਂ ਵਿਆਖਿਆ ਕਰਦੀ ਹਾਂ ਤਾਂ ਮਨ ਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ। ਹੁਣ ਅਸੀਂ ਜੋ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਜੋ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਣਗੀਆਂ। ਹੇ ਸੱਚੇ ਪਾਤਸ਼ਾਹ ਜੀ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। श्लोक अगम अगाध पार ब्रह्म सोए, जो जो कहे सुमुक्ता होए। सुन मीता नानक विनवंता, साज नागी अचरज कथा। अगम अगाध पार ब्रह्म सोए। ओह पार ब्रह्म अगम है, अपहुंच है। अगम अपहुंच है, जिसਦੇ ਕੋਲ ਪਹੁੰਚਿਆ ਨਹੀਂ ਜਾ ਸਕਦਾ। ਅਗਾਧ ਉਹ ਅਥਾਹ ਹੈ, ਜਿਸ ਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ। ਜੋ ਜੋ ਕਹੇ ਸੋ ਮੁਕਤਾ ਹੋਏ। ਜੋ ਜੋ ਮਨੁੱਖ ਉਸ ਦੀ ਸ਼ਲਾਘਾ ਕਰਦਾ ਹੈ ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਸੁਨ ਮੀਤਾ ਨਾਨਕ ਵਿਨਵੰਤਾ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਹੇ ਮੇਰੇ ਮਿੱਤਰ ਮੀਤਾ ਸੁਨ। ਹੇ ਮੇਰੇ ਮਿੱਤਰ ਮੇਰੀ ਬੇਨਤੀ ਸੁਣ। ਨਾਨਕ ਵਿਨਵੰਤਾ, ਸਾਜ ਨਾ ਕੀ ਅਚਰਜ ਕਥਾ। ਕਿ ਸਾਧੂ ਮਹਾਤਮਾ ਬੰਦਿਆਂ ਦੀ ਕਹਾਣੀ ਹੈਰਾਨ ਕਰਨ ਵਾਲੀ ਹੈ। ਅਚਰਜ ਹੈਰਾਨ ਕਰਨ ਵਾਲੀ ਹੈ ਕਿ ਹੇ ਮੇਰੇ ਮਿੱਤਰ ਸੁਣ, ਮੇਰੀ ਬੇਨਤੀ ਸੁਣ ਕਿ ਸਾਧੂ ਮਹਾਤਮਾ ਬੰਦਿਆਂ ਦੀ ਜੋ ਕਹਾਣੀਆਂ ਹੁੰਦੀਆਂ ਹਨ ਉਹ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧੂਆਂ ਦੀ ਸੰਗਤ ਨਾਲ ਮੂੰਹ ਉੱਜਲ ਹੁੰਦਾ ਹੈ। ਉੱਜਲ ਭਾਵ ਇੱਜ਼ਤ ਹੁੰਦੀ ਹੈ। ਸਾਧ ਸੰਗ ਮਲ ਸਗਲੀ ਖੋਤ। ਸਾਧਾਂ ਦੇ ਸੰਗ ਕਰਕੇ ਮਨ ਦੀ ਸਾਰੀ ਮੈਲ ਸਾਫ਼ ਹੋ ਜਾਂਦੀ ਹੈ। ਮਲ ਸਗਲੀ ਖੋਤ, ਮਲ ਸਾਰੀ ਦੂਰ ਹੋ ਜਾਂਦੀ ਹੈ। ਜੋ ਮੈਲ ਹੁੰਦੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ। ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੁਗਿਆਨ। ਸਾਧੂ ਦੀ ਸੰਗਤ ਕਰਕੇ ਸਾਰਾ ਅਹੰਕਾਰ ਮਿਟ ਜਾਂਦਾ ਹੈ। ਸਾਧ ਕੇ ਸੰਗ ਪ੍ਰਗਟੇ ਸੁਗਿਆਨ। ਸਾਧੂ ਦੀ ਸੰਗਤ ਕਰਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧੂ ਦੀ ਸੰਗਤ ਕਰਕੇ ਪ੍ਰਭੂ ਨੇੜੇ ਹੀ ਜਾਪਦਾ ਹੈ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਪ੍ਰਭੂ ਨੇੜੇ ਹੀ ਜਾਪਦਾ ਹੈ। ਸਾਧ ਸੰਗ ਸਭ ਹੋਤ ਨਿਬੇਰਾ। ਸਾਧਾਂ ਦੀ ਸੰਗਤ ਕੀਤਿਆਂ ਸਾਰੇ ਝਮੇਲੇ ਨਿਬੜ ਜਾਂਦੇ ਹਨ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਸਾਧੂ ਮਹਾਤਮਾ ਦੀ ਸੰਗਤ ਵਿੱਚ ਨਾਮ ਰਤਨ ਹਾਸਲ ਹੁੰਦਾ ਹੈ। ਸਾਧ ਕੇ ਸੰਗ ਏਕ ਉਪਰ ਜਤਨ। ਸਾਧੂ ਦੇ ਸੰਗ ਕਰਕੇ ਇੱਕ ਪ੍ਰਭੂ ਉੱਤੇ ਭਰੋਸਾ ਲਾਈਦਾ ਹੈ। ਏਕ ਉਪਰ ਜਤਨ, ਸਾਡਾ ਇੱਕ ਭਰੋਸਾ ਉਸ ਪ੍ਰਭੂ ਤੇ ਟਿਕ ਜਾਂਦਾ ਹੈ। ਅਸੀਂ ਹੋਰ ਕਿਤੇ ਇੱਧਰ ਉੱਧਰ ਮੱਥੇ ਨਹੀਂ ਟੇਕਦੇ ਫਿਰਦੇ। ਸਾਨੂੰ ਉਸ ਪਰਮਾਤਮਾ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਉਹ ਸਾਡਾ ਹਮੇਸ਼ਾ ਭਲਾ ਹੀ ਕਰੇਗਾ। ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧੂ ਦੀ ਮਹਿਮਾ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ। ਬਰਨੇ ਕੌਣ ਪ੍ਰਾਨੀ, ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਾਧੂ ਦੀ ਮਹਿਮਾ ਪਰਮਾਤਮਾ ਵਿੱਚ ਹੀ ਸਮਾਈ ਹੋਈ ਹੈ। ਭਾਵ ਸਾਧੂ ਦੀ ਮਹਿਮਾ ਬਿਆਨ ਕਰਨੀ ਪਰਮਾਤਮਾ ਦੀ ਹੀ ਮਹਿਮਾ ਹੈ
कि साधु अपने ਸਾਧ ਕੇ ਸੰਗ ਸਾਧੂ ਆਪਣੇ ਜਪ ਤਪ ਦੇ ਨਾਲ ਉਹ ਆਪਣਾ ਆਪਾ ਸਭ ਗਵਾ ਦਿੰਦੇ ਹਨ ਤਾਂ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ। ਸਾਧੂ ਦੀ ਸੰਗਤ ਕਰਨ ਨਾਲ ਪਰਮਾਤਮਾ ਮਿਲਦਾ ਹੈ। ਸਾਧ ਕੇ ਸੰਗ ਅਗੋਚਰ ਮਿਲੇ, ਜਿਸ ਨੂੰ ਦੇਖਿਆ ਨਹੀਂ ਜਾ ਸਕਦਾ, ਅਗਮ ਅਗੋਚਰ, ਜਿਸ ਦੇ ਕੋਲ ਪਹੁੰਚਿਆ ਨਹੀਂ ਜਾ ਸਕਦਾ, ਅਗੋਚਰ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ, ਉਹ ਪਰਮਾਤਮਾ ਇੱਕ ਬਹੁਤ ਸਰਵ ਸ਼ਕਤੀਮਾਨ ਹੈ, ਉਹ ਪਰਮਾਤਮਾ ਮਿਲਦਾ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੀ ਸੰਗਤ ਕੀਤਿਆਂ ਮਨ ਸਦਾ ਖਿੜਿਆ ਰਹਿੰਦਾ ਹੈ। ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧੂ ਦੀ ਸੰਗਤ ਕਰਨ ਨਾਲ ਕਾਮਾਦਿਕ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜੋ ਪੰਜ ਵਿਕਾਰ ਹਨ ਉਹ ਕਾਬੂ ਵਿੱਚ ਆ ਜਾਂਦੇ ਹਨ। ਬਸ ਪੰਚਾ, ਪੰਜ ਵਿਕਾਰ ਬਸ ਵਿੱਚ ਆ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧੂ ਦੀ ਸੰਗਤ ਵਿੱਚ ਜੀਵ ਪ੍ਰਭੂ ਦੇ ਨਾਮ ਅੰਮ੍ਰਿਤ ਨੂੰ ਭੋਗਦਾ ਹੈ। ਪੁੰਚਾ ਭੋਗਦਾ ਹੈ, ਜੋ ਅੰਮ੍ਰਿਤ ਵਰਗਾ ਪ੍ਰਭੂ ਦੇ ਨਾਮ ਜੋ ਹੈ, ਜੋ ਅੰਮ੍ਰਿਤ ਵਰਗਾ ਉਹ ਉਸਨੂੰ ਮਿਲ ਜਾਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ। ਸਾਧੂ ਦੀ ਸੰਗਤ ਕਰਕੇ ਜੀਵ ਨਿਮਰਤਾ ਵਾਲਾ ਹੋ ਜਾਂਦਾ ਹੈ। ਸਭ ਕੀ ਰੇਨ, ਸਾਧੂ ਦੀ ਸੰਗਤ ਦੇ ਨਾਲ ਜੀਵ ਜੋ ਨਿਮਰਤਾ ਵਾਲਾ, ਸਭ ਦੇ ਪੈਰਾਂ ਦੀ ਧੂੜ ਆਪਣੇ ਆਪ ਨੂੰ ਸਮਝਣ ਵਾਲਾ ਹੋ ਜਾਂਦਾ ਹੈ। ਸਾਧੂ ਦੇ ਸੰਗ ਕਰਕੇ ਮਨੁੱਖ ਮਿੱਠੇ ਵਚਨ ਬੋਲਦਾ ਹੈ। ਸਾਧ ਕੇ ਸੰਗ ਮਨੋਹਰ ਬੈਨ, ਮਿੱਠੇ ਵਚਨ ਕੱਢਦਾ ਹੈ। ਸਾਧ ਕੇ ਸੰਗ ਨ ਕਤਹੂ ਧਾਵੇ, ਸਾਧ ਸੰਗ ਅਸਥਿਤ ਮਨ ਪਾਵੇ। ਸਾਧੂ ਦੀ ਸੰਗਤ ਅੰਦਰ ਮਨ ਕਿਤੇ ਨਹੀਂ, ਸਾਧੂ ਦੀ ਸੰਗਤ ਨਾਲ ਜੋ ਮਨ ਹੈ ਉਹ ਕਿਤੇ ਨਹੀਂ ਦੌੜਦਾ। ਸਾਧ ਕੇ ਸੰਗ ਨ ਕਤਹੂ ਧਾਵੇ ਦੌੜਦਾ, ਜੋ ਅੰਦਰ ਮਨ ਜੋ ਹੈ ਵਿਕਾਰਾਂ ਵੱਲ ਦੌੜਦਾ ਰਹਿੰਦਾ ਹੈ, ਉਹ ਸਾਧ ਦੀ ਸੰਗਤ ਦੇ ਨਾਲ ਉਹ ਕਿਤੇ ਨਹੀਂ ਦੌੜਦਾ, ਉਹ ਰੁਕ ਜਾਂਦਾ ਹੈ, ਉਸਨੂੰ ਸਥਿਰਤਾ ਆ ਜਾਂਦੀ ਹੈ, ਟਿਕ ਜਾਂਦਾ ਹੈ, ਮਨ ਟਿਕਾਊ ਵਿੱਚ ਆ ਜਾਂਦਾ ਹੈ। ਸਾਧ ਸੰਗ ਅਸਥਿਤ ਮਨ ਪਾਵੇ, ਸਾਧੂ ਦੀ ਸੰਗਤ ਕੀਤਿਆਂ ਮਨ ਟਿਕ ਜਾਂਦਾ, ਅਸਥਿਤ ਮਨ ਜੋ ਹੈ ਉਹ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਸਾਧ ਕੇ ਸੰਗ ਮਾਇਆ ਤੇ ਪਿੰਨ, ਸਾਧ ਸੰਗ ਨਾਨਕ ਪ੍ਰਭ ਸੁਪਰਸੰਨ। ਸਾਧੂ ਦੀ ਸੰਗਤ ਕਰਨ ਨਾਲ ਜੀਵ ਮਾਇਆ ਤੋਂ ਵੱਖ ਹੋ ਜਾਂਦਾ ਹੈ। ਮਾਇਆ ਤੇ ਪਿੰਨ, ਮਾਇਆ ਤੋਂ ਉਹ ਦੂਰ ਹੋ ਜਾਂਦਾ ਹੈ, ਜੋ ਉਸਨੂੰ ਮਾਇਆ ਇਨ ਚੱਕਰਾਂ 'ਚ ਭਰਮਾਉਂਦੀ ਹੈ, ਮਾਇਆ ਉਸਨੂੰ ਬੁਰੇ ਕੰਮ ਉਸ ਕੋਲੋਂ ਕਰਵਾਉਂਦੀ ਹੈ, ਉਸ ਤੋਂ ਦੂਰ ਹੋ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੁਪਰਸੰਨ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧੂ ਦੀ ਸੰਗਤ ਕਰਨ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ। ਪ੍ਰਭ ਸੁਪਰਸੰਨ, ਪਰਮਾਤਮਾ ਪ੍ਰਸੰਨ ਹੁੰਦਾ ਹੈ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੇ ਸੰਗ ਮਹਾ ਪੁਨੀਤ। ਸਾਧੂ ਦੀ ਸੰਗਤ ਸਦਕਾ ਸਾਰੇ ਦੁਸ਼ਮਨ ਵੀ ਦੋਸਤ ਬਣ ਜਾਂਦੇ ਹਨ। ਦੁਸ਼ਮਨ ਸਭ ਮੀਤ, ਸਾਰੇ ਦੁਸ਼ਮਨ ਦੋਸਤ ਬਣ ਜਾਂਦੇ ਹਨ। ਸਾਧੂ ਕੇ ਸੰਗ ਮਹਾ ਪੁਨੀਤ। ਰੂਹਾਨੀ ਬੰਦੇ ਦੀ ਸੰਗਤ ਵਿੱਚ ਰਹਿਣ ਨਾਲ ਜ਼ਿੰਦਗੀ ਪਵਿੱਤਰ ਹੋ ਜਾਂਦੀ ਹੈ। ਮਹਾ ਪੁਨੀਤ, ਪਵਿੱਤਰ ਹੋ ਜਾਂਦੀ ਹੈ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਸਾਧੂ ਦੀ ਸੰਗਤ ਕਰਕੇ ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰਹਿੰਦੀ। ਕਿਸਿਓ ਨਹੀਂ ਬੈਰ, ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰਹਿੰਦੀ। ਸਾਧ ਕੇ ਸੰਗ ਨਾ ਬੀਗਾ ਪੈਰ। ਸਾਧੂ ਦੀ ਸੰਗਤ ਕਰਕੇ ਪੈਰ ਮਾੜੇ ਪਾਸੇ ਨਹੀਂ ਤੁਰਦੇ। ਬੀਗਾ ਪੈਰ, ਮਾੜੇ ਪੈਰ ਜੋ ਹੈ ਸਾਡੇ ਮਾੜੇ ਰਸਤੇ ਵਿੱਚ ਨਹੀਂ ਜਾਂਦੇ, ਸਹੀ ਰਸਤੇ 'ਤੇ ਤੁਰਦੇ ਹਨ। ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧੂ ਦੀ ਸੰਗਤ ਕਰਨ ਨਾਲ ਕੋਈ ਮੰਦਾ ਕੰਮ ਨਹੀਂ ਹੁੰਦਾ, ਨਾ ਹੀ ਕੋ ਮੰਦਾ, ਸਾਡੇ ਕੋਲ ਕੋਈ ਮਾੜਾ ਕੰਮ ਨਹੀਂ ਹੁੰਦਾ। ਸਾਧ ਸੰਗ ਜਾਣੇ ਪਰਮਾਨੰਦਾ। ਸਾਧੂ ਦੀ ਸੰਗਤ ਵਿੱਚ ਪਰਮਾਤਮਾ ਦਾ ਭੇਦ ਸਮਝ ਵਿੱਚ ਪੈਂਦਾ ਹੈ। ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ। ਸਾਧੂ ਦੇ ਸੰਗ ਰਹਿਣ ਨਾਲ ਅਹੰਕਾਰ ਦਾ ਬੁਖਾਰ ਅਸਰ ਨਹੀਂ ਕਰਦਾ। ਨਾ ਹੀ ਹੋ ਤਾਪ, ਹੋ ਅਹੰਕਾਰ ਦਾ, ਤਾਪ ਜੋ ਬੁਖਾਰ ਹੈ ਉਹ ਸਾਡੇ 'ਤੇ ਅਸਰ ਨਹੀਂ ਕਰਦਾ, ਸਾਡੇ ਦਿਮਾਗ ਨੂੰ ਅਹੰਕਾਰ ਦਾ ਬੁਖਾਰ ਨਹੀਂ ਹੁੰਦਾ। ਸਾਧ ਕੇ ਸੰਗ ਤਜੇ ਸਭ ਆਪ।
ਸਾਧੂ ਦੀ ਸੰਗਤ ਵਿੱਚ ਸਾਰਾ ਆਪਾ ਭਾਵ ਛੁੱਟ ਜਾਂਦਾ ਹੈ। ਤਜੇ ਸਭ ਕੁਝ ਆਪਾ ਜੋ ਅਸੀਂ ਮੈਂ ਜੋ ਆਪਣੀ ਲਾਈ ਹੋਈ ਹੈ ਕਿ ਮੈਂ ਵੱਡਾ, ਮੇਰੇ ਕੋਲ ਮਾਇਆ, ਮੈਂ ਵੱਡਾ, ਮੇਰਾ ਸਟੈਂਡਰਡ ਬਹੁਤ ਹੈ, ਇਹ ਸਾਰਾ ਮੈਂ ਸਭ ਦੂਰ ਹੋ ਜਾਂਦਾ ਹੈ। ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧੂ ਦੀ ਵਡਿਆਈ ਉਹ ਪ੍ਰਭੂ ਆਪ ਹੀ ਜਾਣਦਾ ਹੈ। ਆਪੇ ਜਾਣੇ ਸਾਧੂ ਦੀ ਵਡਿਆਈ ਉਹ ਪ੍ਰਭੂ ਆਪ ਹੀ ਜਾਣਦਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਸਾਧ ਪ੍ਰਭੂ ਬਨ ਆਈ। ਸਾਧੂ ਅਤੇ ਪ੍ਰਭੂ ਦਾ ਪਿਆਰ ਸਦਾ ਬਣਿਆ ਰਹਿੰਦਾ ਹੈ। ਸਾਧ ਕੇ ਸੰਗ ਨ ਕਬਹੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧੂ ਪੁਰਸ਼ਾਂ ਦੀ ਸੰਗਤ ਵਿੱਚ ਮਨ ਇੱਧਰ ਉੱਧਰ ਨਹੀਂ ਭਟਕਦਾ, ਨਾ ਕਬੂ ਧਾਵੇ, ਇੱਧਰ ਉੱਧਰ ਨਹੀਂ ਭਟਕਦਾ। ਸਾਧ ਕੇ ਸੰਗ ਸਦਾ ਸੁਖ ਪਾਵੇ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਸਦਾ ਸੁਖ ਹਾਸਲ ਹੁੰਦਾ ਹੈ। ਸਾਧ ਸੰਗ ਬਸਤ ਅਗੋਚਰ ਲਹੇ, ਸਾਧੂ ਕੇ ਸੰਗ ਅਜਰ ਸਹੇ। ਸਾਧੂ ਦੀ ਸੰਗਤ ਅੰਦਰ ਗੁਪਤ ਵਸਤੂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਗੋਚਰ ਲਹੇ, ਬਸਤ ਜੋ ਹੈ ਅਗੋਚਰ, ਜੋ ਦਿਖਦੀ ਨਹੀਂ ਹੈ, ਜੋ ਗੁਪਤ ਹੈ, ਉਹ ਗੁਪਤ ਕੀ ਹੈ? ਨਾਮ ਦੀ ਪ੍ਰਾਪਤੀ, ਜੋ ਸਾਨੂੰ ਦਿਖਦਾ ਨਹੀਂ ਹੈ, ਉਹ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਾਧੂ ਕੇ ਸੰਗ ਅਜਰ ਸਹੈ। ਸਾਧੂ ਦੀ ਸੰਗਤ ਕਰਕੇ ਮਨੁੱਖ ਨੂੰ ਸਹਿਨ ਸ਼ਕਤੀ ਮਿਲ ਜਾਂਦੀ ਹੈ। ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧੂ ਦੀ ਸੰਗਤ ਵਿੱਚ ਰਿਹਾ ਮਨੁੱਖ ਆਤਮ ਮੰਡਲ ਵਿੱਚ ਵਸਦਾ ਹੈ। ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧੂ ਦੀ ਸੰਗਤ ਕੀਤਿਆਂ ਮੰਜ਼ਿਲ ਪ੍ਰਾਪਤ ਹੁੰਦੀ ਹੈ। ਮਹਿਲ ਪਹੁੰਚੇ, ਮੰਜ਼ਿਲ ਪ੍ਰਾਪਤ ਹੁੰਦੀ ਹੈ। ਬਸੇ ਥਾਨ ਉੱਚੇ, ਮਨੁੱਖ ਇੱਕ ਵੱਡੇ ਥਾਂ 'ਤੇ, ਬਹੁਤ ਉੱਚੇ ਥਾਂ 'ਤੇ ਪਹੁੰਚ ਜਾਂਦਾ ਹੈ, ਜਿੱਥੇ ਉਸਨੂੰ ਆਤਮਾ ਦੀ ਜੋ ਹੈ ਖੁਸ਼ੀ ਮਿਲਦੀ ਹੈ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧੂ ਦੀ ਸੰਗਤ ਵਿੱਚ ਜੁੜਿਆ ਮਨੁੱਖ ਸਾਰੇ ਧਰਮ ਫਰਜ਼ਾਂ ਵਿੱਚ ਪੱਕਾ ਹੁੰਦਾ ਹੈ। ਦ੍ਰਿੜੇ ਸਭ ਧਰਮ, ਸਾਰੇ ਧਰਮਾਂ ਵਿੱਚੋਂ ਪੱਕਾ ਹੋ ਜਾਂਦਾ ਹੈ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧੂ ਦੀ ਸੰਗਤ ਵਿੱਚ ਸਿਰਫ ਪਾਰ ਬ੍ਰਹਮ ਦੀ ਬੰਦਗੀ ਹੁੰਦੀ ਹੈ। ਸਾਧ ਕੇ ਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੇ ਕੁਰਬਾਨ। ਸਾਧੂ ਦੀ ਸੰਗਤ ਅੰਦਰ ਸੁੱਖਾਂ ਦਾ ਖਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ। ਨਾਮ ਨਿਦਾਨ, ਸਾਨੂੰ ਸੁੱਖਾਂ ਦਾ ਖਜ਼ਾਨਾ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਸਾਧੂ ਕੇ ਕੁਰਬਾਨ, ਕਿ ਮੈਂ ਸਾਧੂਆਂ ਤੋਂ ਕੁਰਬਾਨ ਜਾਉਂਦਾ ਹਾਂ। ਹੇ ਸੱਚੇ ਪਾਤਸ਼ਾਹ ਜੀ, ਅੱਜ ਦੀ ਵਿਆਖਿਆ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਦਾ ਕਹਿਣ ਦਾ ਇਹ ਭਾਵ ਹੈ ਕਿ ਚੰਗੇ ਬੰਦਿਆਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ। ਮਾੜੇ ਕੰਮਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਚੰਗੇ ਬੰਦੇ ਹੀ ਸਾਨੂੰ ਜ਼ਿੰਦਗੀ ਦਾ ਸਹੀ ਰਾਹ ਦੱਸਦੇ ਹਨ। ਜਦੋਂ ਅਸੀਂ ਮਾੜੇ ਬੰਦਿਆਂ ਦੀ ਸੰਗਤ ਕਰਾਂਗੇ ਤਾਂ ਸਾਡਾ ਮਨ ਜੋ ਹੈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਚੱਕਰਾਂ ਵਿੱਚ ਫਸਿਆ ਰਹੇਗਾ ਤੇ ਆਵਾਗਮਨ ਦੇ ਚੱਕਰਾਂ ਤੋਂ ਕਦੀ ਵੀ ਮੁਕਤ ਨਹੀਂ ਹੋਏਗਾ। ਪਰ ਜਦੋਂ ਅਸੀਂ ਚੰਗੇ ਬੰਦਿਆਂ ਦੀ ਸੰਗਤ ਕਰਾਂਗੇ ਤਾਂ ਸਾਡੇ ਮਨ ਨੂੰ ਸੋਝੀ ਆਏਗੀ, ਸਾਡਾ ਮਨ ਪ੍ਰਭੂ ਨਾਲ ਜੁੜੇਗਾ, ਸਾਨੂੰ ਚੰਗਾ ਮਹਿਸੂਸ ਹੋਏਗਾ, ਅਸੀਂ ਇਹਨਾਂ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਸਕਾਂਗੇ। ਹੇ ਸੱਚੇ ਪਾਤਸ਼ਾਹ ਜੀ, ਆਪਣੇ ਬੱਚਿਆਂ 'ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਤਾਂ ਕਿ ਅਸੀਂ ਭੈੜੇ ਕੰਮਾਂ ਤੋਂ ਦੂਰ ਰਹੀਏ, ਸਾਡੇ ਮਨ ਵਿੱਚ ਸੋਝੀ ਆਏ, ਅਸੀਂ ਭੈੜੇ ਕੰਮਾਂ ਤੋਂ ਦੂਰ ਰਹੀਏ ਅਤੇ ਹਮੇਸ਼ਾ ਜੋ ਤੁਸੀਂ ਮਾਰਗ ਦਰਸ਼ਨ ਸਾਨੂੰ ਕਰਦੇ ਹੋ, ਅਸੀਂ ਉਸ ਮਾਰਗ ਉੱਤੇ ਚੱਲਦੇ ਚੱਲਦੇ ਇਸ ਸੰਸਾਰੀ ਕਾਰ ਵਿਹਾਰ ਵੀ ਕਰੀਏ ਅਤੇ ਨਾਲ ਦੀ ਨਾਲ ਆਪਣਾ ਸਿਮਰਨ ਕਰੀਏ, ਆਪਣਾ ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਕਰ ਸਕੀਏ, ਆਪਾਂ ਸਿਮਰਨ ਕਰ ਸਕੀਏ, ਜਿਸ ਨਾਲ ਜਿੱਦਾਂ ਅਸੀਂ ਇਸ਼ਨਾਨ ਕਰਦੇ ਹਾਂ ਸਾਡੇ ਸਰੀਰ ਦੀ ਮੈਲ ਦੂਰ ਹੁੰਦੀ ਹੈ, ਉਸੇ ਤਰ੍ਹਾਂ ਅਸੀਂ ਪ੍ਰਭੂ ਭਗਤੀ ਵੀ ਕਰੀਏ ਅਤੇ ਸਾਡੇ ਆਤਮਾ ਦੀ ਜੋ ਸਾਡੇ ਆਤਮਿਕ ਮੈਲ ਹੈ, ਜੋ ਅਸੀਂ ਸਾਬਣ ਦੇ ਨਾਲ ਨਹੀਂ ਧੋ ਸਕਦੇ, ਉਹ ਸਾਡੀ ਸਾਫ਼ ਹੋਏ, ਸਾਡਾ ਮਨ ਉੱਜਲ ਹੋਏ, ਸਾਡਾ ਮਨ ਹਮੇਸ਼ਾ ਖੇੜੇ ਵਿੱਚ ਰਹੇ ਅਤੇ ਸਾਨੂੰ ਤੇਰੇ 'ਤੇ ਇੱਕ ਪੱਕਾ ਭਰੋਸਾ ਹੋ ਜਾਏ ਕਿ ਅਸੀਂ ਇੱਧਰ ਉੱਧਰ ਸਾਡਾ ਮਨ ਨਾ ਭਟਕੇ,
ਅਸੀਂ ਇੱਧਰ ਉੱਧਰ ਕਿਸੇ ਵੀ ਆਡੰਬਰਾਂ ਵਿੱਚ ਨਾ ਫਸੀਏ। ਸਾਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੋਵੇ ਕਿ ਅਸੀਂ ਇਸ ਦੁਨੀਆ ਵਿੱਚ ਹਾਂ ਅਤੇ ਤੁਸੀਂ ਸਾਡਾ ਹੱਥ ਫੜਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।